ਕਿਉਂ ਨਾ ਬੀਜੇਪੀ ਨੂੰ ਮਾੜਾ ਕਹੀਏ। ਜੇ ਇਹ ਬੀਜੇਪੀ ਕਿਸਾਨ ਹਤੈਸ਼ੀ ਸੀਗੇ ਪੰਜਾਬ ਵਾਲੇ, ਦਿੱਲੀ ਵਾਲੇ ਤਾਂ ਛੱਡ ਦਿਓ, ਉਹ ਤਾਂ ਦੁਸ਼ਮਣ ਨੇ। ਇਹ ਅਸ਼ਵਨੀ ਜੀ, ਚੁੱਗ ਸਾਹਿਬ ਜਾਂ ਹੋਰ ਜਿਹੜੇ ਆ ਨਕਲੀ ਪੰਜਾਬੀ ਇੱਕ ਆਉਂਦਾ ਏ ਪੂਰੀ, ਇਹਨਾਂ ਦੇ ਕੈਬਨਿਟ ਮੰਤਰੀ ਬੁੱਕੇ ਲੈ ਕੇ ਜੀ ਆਇਆਂ ਕਰਨ ਉੱਥੇ ਖੜੇ ਹੁੰਦੇ, ਕ੍ਰਿਸ਼ੀ ਭਵਨ ਖੜੇ ਹੁੰਦੇ। ਉਹ ਤਾਂ ਸਭ ਕੁਝ ਆਇਡੈਂਟੀਫਾਈ, ਜਿੰਨਾ ਵੀ ਜਿਹੜਾ ਵੀ ਟੋਲ ਹੁੰਦਾ ਉੱਥੇ ਕੈਮਰੇ ਲੱਗੇ ਹੁੰਦੇ ਆ, ਇਹਨਾਂ ਦੇ ਨਾਲ ਆਪਣੀਆਂ ਸਿਕਿਉਰਿਟੀਆਂ ਸੀ, ਉਹ ਸਭ ਕੁਝ। ਉਹ ਤਾਂ ਮਤਲਬ ਹੁਣ ਬਸ਼ਰਮ ਹੋਏ ਕੀ ਕਹਿਣ। ਹੁਣ ਯੂਥ ਕਾਂਗਰਸ ਹੀ ਕਹਿਣਗੇ ਨਾ, ਹੁਣ ਇਹ ਕੀ ਕਹਿਣ ਵੀ ਸਾਨੂੰ ਆਪਣੇ ਲੋਕ ਪੈ ਗਏ। ਪਰ ਮੈਂ ਤੁਹਾਡੇ ਚੈਨਲ ਰਾਹੀਂ, ਜਗ ਪਾਣੀ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਅਸ਼ਵਨੀ ਜੀ 'ਤੇ ਹਮਲਾ ਹੋਇਆ, ਚਾਹੇ ਅੱਗੇ ਲੀਡਰਾਂ 'ਤੇ ਹਮਲਾ ਹੋਇਆ, ਉਹ ਮੈਂ ਜ਼ਿੰਮੇਵਾਰੀ ਲੈਣਾ। ਤੇ ਜਿੰਨੇ ਵੀ ਕੇਸ ਪਰਚੇ ਕਰਨੇ ਉਹ ਮੇਰੇ ਤੇ ਕਰਾਉਣ। ਉਹ ਹਮਲੇ ਦੀ ਜ਼ਿੰਮੇਵਾਰੀ ਵੀ ਮੈਂ ਲੈਣਾ, ਬੰਦੇ ਵੀ ਮੇਰੇ ਸੀ। ਉਹ ਜੰਮੂ ਕਸ਼ਮੀਰ 'ਚ ਕੀਤਾ ਹੋਇਆ, ਉੱਥੇ ਧੱਕਿਆ ਕਰ ਰਹੇ ਹੋ ਲਾ ਕੇ ਫੌਜਾਂ, ਉੱਥੇ ਧੱਕਾ ਕਰ ਰਹੇ ਹੋ ਪੈਰਾਮਿਲਟਰੀ ਫੋਰਸਿਸ, ਉਰੇ ਲਾ ਕੇ ਫੌਜਾਂ ਪੈਰਾਮਿਲਟਰੀ ਫੋਰਸਿਸ ਇਹੀ ਕਰਨ। ਇਹ ਅੱਜ ਜੇ ਤੁਸੀਂ ਕਹਿ ਰਹੇ ਹੋ ਨਾ ਗਵਰਨਰ ਦੇ ਗਏ, ਇਹ 100% ਇਹਨਾਂ ਦਾ ਮਨਸੂਬਾ ਹੈ ਗਵਰਨਰੀ ਰਾਜ ਲਾਉਣ ਦਾ। ਪਰ ਅੱਜ ਸਾਡੀ ਕੈਬਨਿਟ ਮੀਟਿੰਗ ਹੋ ਰਹੀ ਹੈ, ਕੈਬਨਿਟ ਮੀਟਿੰਗ 'ਚ ਫੈਸਲਾ ਹੋਊਗਾ ਸੋਮਵਾਰ ਤੱਕ, ਜਾਂ ਹੋਰ ਸੈਸ਼ਨ ਆ ਜਿਹੜਾ ਉਹ ਵਿਧਾਨ ਸਭਾ ਦਾ ਰੱਖਿਆ ਜਾਣਾ। ਉੱਥੇ ਸਭ ਪਾਰਟੀਆਂ, ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਇੱਕ ਹੋ ਕੇ ਮਤਾ ਪਾਉਣਗੀਆਂ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ 'ਚ। ਫਿਰ ਦੇਖਾਂਗੇ ਵੀ ਕੌਣ ਪੰਜਾਬ ਵੱਲ ਝਾਕਦਾ, ਤੇ ਫਿਰ ਪੰਜਾਬ ਦੇ ਕਿਵੇਂ ਇਹ ਤਿੰਨੋਂ ਕਾਨੂੰਨ ਜਿਹੜੇ ਅਸੀਂ ਤਾਂ ਉਰੇ ਰੱਦ ਕਰਨੇ ਹੀ ਕਰਨੇ ਆ। ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਦੀ ਬੈਠਕ ਬੇਸਿੱਟਾ ਨਿਕਲੀ ਹੈ ਔਰ ਉਸ ਤੋਂ ਬਾਅਦ ਵਿਰੋਧ ਜਿਹੜਾ ਭਾਜਪਾ ਨੂੰ ਦੇਖਣਾ ਪੈ ਰਿਹਾ ਸੀ, ਆਸ਼ੰਕਾ ਹੈ ਕਿ ਕਿਤੇ ਨਾ ਕਿਤੇ ਵੱਧ ਸਕਦਾ ਹੈ ਜਾਂ ਹੋਰ ਰੂਪ ਧਾਰਨ ਕਰ ਸਕਦਾ ਹੈ। ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਮੇਰੇ ਨਾਲ ਨੇ। ਸਰ, ਬੇਸਿੱਟਾ ਨਿਕਲੀ ਹੈ ਬੈਠਕ ਜਿਹੜੀ ਦਿੱਲੀ ਵਿੱਚ ਹੋਣੀ ਸੀਗੀ, ਕਿਵੇਂ ਦੇਖਦੇ ਹੋ? ਔਰ ਅੱਜ ਮੈਮੋਰੈਂਡਮ ਦੇਣ ਵੀ ਬੀਜੇਪੀ ਜਾ ਰਹੀ ਹੈ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਅੰਦਰ ਹੱਥਾਂ 'ਚ ਨਹੀਂ ਹੈ, ਬੀਜੇਪੀ ਵਾਲਿਆਂ ਨੂੰ ਸਿਕਿਉਰਿਟੀ ਕਿਤੇ ਨਾ ਕਿਤੇ ਦੇਣੀ ਚਾਹੀਦੀ। ਦੇਖੋ ਉਹੀ ਗੱਲ ਹੋਈ ਨਾ ਵੀ ਇਹ ਤਾਂ ਪਹਿਲਾਂ ਗੱਲ, ਚਲੋ ਮੈਂ ਪਹਿਲਾਂ ਜਿਹੜਾ ਤੁਸੀਂ ਛੋਟੇ ਵੀਰ ਕੁਐਸਚਨ ਪੁੱਛਿਆ ਬਈ ਬੇਸਿੱਟਾ ਨਿਕਲੀ, ਉਹ ਬੇਸਿੱਟਾ ਤਾਂ ਨਿਕਲ ਨਹੀਂ ਸੀ। ਪਰ ਅਸੀਂ ਸਿਰਫ ਇਹ ਜਾਣ ਕੇ, ਪਹਿਲਾਂ ਕਿਸਾਨ ਵੀ, ਲੀਡਰਾਂ ਨੂੰ ਵੀ ਪਤਾ ਸੀ, ਪਰ ਉਹ ਇਹ ਨਹੀਂ ਸੀ ਨੰਨਾ ਪਾਉਣਾ ਚਾਹੁੰਦੇ ਵੀ ਚਲੋ ਜੇ ਸਾਨੂੰ ਬੁਲਾ ਰਹੇ ਆ ਤਾਂ ਅਸੀਂ ਜਾਈਏ। ਪਹਿਲੀ ਗੱਲ, ਮੈਂ ਪਾਰਲੀਮੈਂਟ 'ਚ ਮੈਂ ਹੀ ਸਭ ਤੋਂ ਪਹਿਲਾਂ ਬੋਲਣਾ ਸ਼ੁਰੂ ਕੀਤਾ ਨਾ, ਜਿਹੜਾ ਜਿੱਥੇ ਬਿੱਲ ਸ਼ੁਰੂ ਹੋਇਆ ਆਰਡੀਨੈਂਸ ਤੋਂ, ਜਦੋਂ ਇਹਨੂੰ ਪਾਸ ਕਰਨਾ ਸੀ, ਤੇ ਪਹਿਲਾ ਸਪੀਕਰ ਉਹੀ ਗੱਲ ਜਿਹੜੀ ਮੈਂ ਅੱਜ ਤੱਕ ਕਹੀ ਆ, ਉਹੀ ਗੱਲ ਅੱਜ ਤੱਕ ਉਹੀ ਚੱਲ ਰਹੀ ਆ। ਜੋ ਇਹ ਮੈਂ ਵੀ ਕਿਸਾਨਾਂ ਤੋਂ ਪੁੱਛ ਕੇ ਹੀ ਉਹ ਗੱਲ ਕੀਤੀ, ਜੋ ਲੀਡਰ ਕਿਸਾਨਾਂ ਦੇ ਚਾਹੁੰਦੇ ਸੀ ਉਹ ਮੈਂ ਪਾਰਲੀਮੈਂਟ 'ਚ ਬੋਲਿਆ। ਉੱਥੇ ਪ੍ਰਾਈਮ ਮਿਨਿਸਟਰ ਵੀ ਸੀ, ਉੱਥੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਵੀ ਸੀ, ਜਿਹੜੇ ਆਪਣੇ ਨੂੰ ਕਿਸਾਨ ਲੀਡਰ ਕਹਿੰਦੇ ਆ, ਉੱਥੇ ਕ੍ਰਿਸ਼ੀ ਮੰਤਰੀ ਵੀ ਸੀ, ਤੇ ਸਾਰੇ ਹੋਰ ਬਾਕੀ ਕੈਬਨਿਟ ਵੀ ਸੀ, ਤੇ ਬਾਕੀ 300 MP ਸੀ। ਪਰ ਉਹਨਾਂ ਨੇ ਟਿੱਚ ਨਹੀਂ ਜਾਣੀ ਇਸ ਗੱਲ ਨੂੰ। ਸਾਡਾ ਮਖੌਲ ਉਡਾਇਆ ਸਮਾਂ ਤੇ। ਅਸੀਂ ਜਦੋਂ ਉੱਥੇ ਵੀ ਗੱਲ ਕੀਤੀ ਕਿਸਾਨਾਂ ਦੀ, ਸਪੀਕਰ ਸਾਹਿਬ ਹਜੇ ਬਾਰ-ਬਾਰ ਕਹਿੰਦੇ ਸੀ ਉਹਨਾਂ ਨੂੰ ਵੀ ਗੱਲ ਸੁਣੋ, ਪਰ ਉਹਨਾਂ ਨੇ ਇਸ ਗੱਲ ਦਾ ਮਖੌਲ ਉਡਾਇਆ। ਚਲੋ ਉੱਥੋਂ ਪਾਸ ਕਰਵਾ ਲਿਆ। ਹੁਣ ਅੱਜ ਕਿਸਾਨ ਜਥੇਬੰਦੀਆਂ ਨੂੰ ਮਤਲਬ ਹਰ ਟੋਲ 'ਤੇ, ਹਰ ਮੌਲ 'ਤੇ, ਜਿਹੜਾ ਰਿਲਾਇੰਸ ਦਾ, ਹਰ ਪੈਟਰੋਲ ਪੰਪ 'ਤੇ ਬੈਠਿਆਂ ਨੂੰ ਦੇਖ ਲਓ 2-2 ਮਹੀਨੇ ਹੋ ਗਏ। ਇੱਕ ਪੁੱਤ ਤਾਂ ਉਹਨਾਂ ਦੇ ਨਾਲ ਬੱਚੇ, ਜਿਹੜੇ ਉਹਨਾਂ ਦੇ ਆਪਦੇ ਖੂਨ ਦੇ ਜਾਏ ਬੱਚੇ ਆ, ਉਹ ਬੈਠੇ ਆ, ਉਹਨਾਂ ਦੀਆਂ ਘਰ ਦੀਆਂ ਮਾਵਾਂ ਭੈਣਾਂ ਸਭ ਬੈਠੀਆਂ, ਕੇਸਰੀ ਚੁੰਨੀਆਂ ਲੈ ਕੇ ਉਹ ਬੈਠੀਆਂ। ਦੂਜੇ ਪਾਸੇ ਜਿਹੜੇ ਪੁੱਤ ਫਸਲ ਆ, ਜਿਹੜੀ ਉਹ ਫਸਲਾਂ ਐਨ ਪੱਕੀ ਖੜੀ ਆ, ਉਹਨੂੰ ਕਿਹਦੇ ਸਿਰ ਤੇ, ਉਹਨੂੰ ਛੱਡ ਕੇ, ਉਹ ਫਸਲ ਨੂੰ, ਸੋਨੇ ਵਰਗੀ ਨੂੰ, ਪੁੱਤ ਨੂੰ ਛੱਡ ਕੇ ਇਹ ਸੜਕਾਂ ਤੇ ਬੈਠਾ ਕਿਸਾਨ। ਤੇ ਬੀਜੇਪੀ ਵਾਲਿਆਂ ਨੂੰ ਕਿਉਂ ਨਾ ਕਹੀਏ ਜੀ, ਕਿਉਂ ਨਾ ਬੀਜੇਪੀ ਨੂੰ ਮਾੜਾ ਕਹੀਏ। ਜੇ ਇਹ ਬੀਜੇਪੀ ਕਿਸਾਨ ਹਤੈਸ਼ੀ ਸੀਗੇ ਪੰਜਾਬ ਵਾਲੇ, ਦਿੱਲੀ ਵਾਲੇ ਤਾਂ ਛੱਡ ਦਿਓ, ਉਹ ਤਾਂ ਦੁਸ਼ਮਣ ਨੇ। ਇਹ ਅਸ਼ਵਨੀ ਜੀ, ਚੁੱਗ ਸਾਹਿਬ ਜਾਂ ਹੋਰ ਜਿਹੜੇ ਆ ਨਕਲੀ ਪੰਜਾਬੀ ਇੱਕ ਆਉਂਦਾ ਏ ਪੂਰੀ, ਇਹਨਾਂ ਦੇ ਕੈਬਨਿਟ ਮੰਤਰੀ ਬੁੱਕੇ ਲੈ ਕੇ ਜੀ ਆਇਆਂ ਕਰਨ ਉੱਥੇ ਖੜੇ ਹੁੰਦੇ, ਕ੍ਰਿਸ਼ੀ ਭਵਨ ਖੜੇ ਹੁੰਦੇ। ਵੀ ਜਿੰਨੇ ਵੀ ਬੀਜੇਪੀ ਦੀ ਲੀਡਰਸ਼ਿਪ ਟੌਪ, ਤੇ ਜਿੰਨੇ ਮੰਤਰੀ ਪਿਛਲੇ 10 ਦਿਨਾਂ 'ਚ ਉਰੇ ਪ੍ਰੈਸ ਕਾਨਫਰੰਸਾਂ ਕਰਨ ਆਏ ਆ, ਉੱਥੇ ਉਹਨਾਂ ਦਾ ਹਾਂ ਦਾ ਨਾਰਾ ਮਾਰਨ ਖੜੇ ਹੁੰਦੇ ਵੀ ਆ ਗਈਆਂ ਕਿਸਾਨ ਜਥੇਬੰਦੀਆਂ, ਦੱਸੋ। ਅਫਸਰਾਂ ਨੂੰ ਕਹਿੰਦੇ ਭਾਈ ਜੋ ਇਹ ਕਹਿੰਦੇ ਆ, ਜਿਹੜੇ ਬਾਬੂ ਬੈਠੇ ਸੈਕਟਰੀ, ਵੀ ਜੋ ਇਹ ਕਹਿੰਦੇ ਆ ਇਹ ਲਿਖ ਕੇ ਸਾਨੂੰ ਫੜਾਓ, ਅਸੀਂ ਪ੍ਰਧਾਨ ਮੰਤਰੀ ਤੋਂ ਇਹਨੂੰ ਲਾਗੂ ਕਰਵਾਈਏ। ਕਹਿੰਦੇ ਵੀ ਸੀਗੇ ਕਿ ਜਦੋਂ ਆਉਂਗੇ ਅਸੀਂ ਗੱਲਬਾਤ ਕਰਾਵਾਂਗੇ, ਤਾਂ ਉਹਨਾਂ ਨੇ ਦੇਖ ਲਓ ਕਿੰਨਾ ਮਤਲਬ, ਆਪ ਤਾਂ ਉਲਟਾ ਇੱਥੇ ਫਿਰਦੇ ਨੇ, ਆਪ ਤਾਂ ਇੱਥੇ ਸਾਜ਼ਿਸ਼ਾਂ ਰਚਦੇ ਫਿਰਦੇ ਆ। ਕੋਈ ਅੰਮ੍ਰਿਤਸਰ ਸਾਹਿਬ ਫਿਰਦਾ, ਕੋਈ ਹੋਰ ਕਿਤੇ ਫਿਰਦਾ, ਸਾਰੇ ਤਾਂ ਮੰਤਰੀ। ਦੇਖੋ 12 ਘੰਟੇ ਰਾਤੋਂ ਰਾਤ ਕਿਹੜਾ ਚੇਂਜ ਹੋਣੀ ਸੀ, ਪਰ ਸਭ ਨੂੰ ਪਤਾ ਸੀ। ਪਰ ਅੱਜ ਸਾਬਤ ਹੋ ਗਿਆ ਸਾਰਿਆਂ ਦੇ ਮੂਹਰੇ ਵੀ ਇਹ ਦੁਸ਼ਮਣ ਨੇ। ਪਰ ਮਤ ਸੋਚਣ ਅਸ਼ਵਨੀ ਜੀ ਤੇ ਜਿਹੜਾ ਮੰਦਭਾਗੀ ਘਟਨਾ ਹੋਈ ਆ ਨਾ, ਸ਼ੀਸ਼ੇ ਟੁੱਟੇ ਆ ਗੱਡੀਆਂ ਦੇ, ਇਹ ਬੀਜੇਪੀ ਵਾਲੇ ਸਮਝ ਲੈਣ, ਇਹ ਨਾ ਤਾਂ ਇਹ ਜੰਮੂ ਕਸ਼ਮੀਰ ਆ, ਨਾ ਇਹ ਲੇਹ ਲਦਾਖ ਆ, ਨਾ ਇਹਨੂੰ ਕਿਤੇ ਹੋਰ ਵੈਸਟ ਬੰਗਾਲ ਸਮਝਣ। ਇਹ ਪੰਜਾਬ ਆ,
ਇਹ ਪੰਜਾਬ ਨੂੰ ਉਹ ਨਾ ਸਮਝ ਲੈਣ ਵੀ ਉੱਥੇ ਅਸੀਂ ਜੋ ਧਾਰਾ ਚੱਕਤੀ, ਜੋ ਅਸੀਂ ਸਟੇਟਾਂ ਖਤਮ ਕਰਕੇ ਯੂਨੀਅਨ ਟੈਰੀਟਰੀ ਬਣਾਤੀ, ਯੂਟੀ ਬਣਾਤੀ, ਵੀ ਕੁਛ ਨਹੀਂ ਹੋਊਗਾ। ਇਹ ਗੱਲ ਉਰੇ ਨਾ ਸੋਚਣ। ਹੁਣ ਅਗਲਾ ਸੁਣ ਲਓ, ਹੁਣ ਅਗਲਾ ਕਹਿਣਗੇ ਜੀ ਕ੍ਰਿਸ਼ੀ ਮੰਤਰੀ ਜੀ ਮਿਲਣ ਤਿਆਰ ਨੇ, ਰਾਜਨਾਥ ਜੀ ਤਿਆਰ ਨੇ। ਇਹ ਸਭ ਚੱਲੇ ਹੋਏ ਕਾਰਤੂਸ ਨੇ। ਇੱਕੋ ਇੱਕ ਬੰਦਾ ਹੈ ਨਰਿੰਦਰ ਮੋਦੀ, ਜਿਹਦੀ ਉੱਥੇ ਚੱਲਦੀ ਆ। ਮੈਂ ਉਸ ਵੇਲੇ ਵੀ MP ਰਿਹਾ ਜਦੋਂ ਅਡਵਾਨੀ ਜੀ ਉੱਥੇ ਲੀਡਰ ਸੀ, ਸੁਸ਼ਮਾ ਸਵਰਾਜ ਜੀ ਆਪੋਜੀਸ਼ਨ ਲੀਡਰ ਸੀ, ਉਹਨਾਂ ਨਾਲ ਹੋਰ ਪਾਰਟੀ 'ਚ ਜਸਵੰਤ ਸਿਨਹਾ ਹੋਣੀ ਸਾਰੇ ਬਹਿੰਦੇ ਸੀ, ਜਸਵੰਤ ਸਿੰਘ ਹੋਣੀ ਬਹਿੰਦੇ ਸੀ, ਤੇ ਇੱਕ ਇੱਕ ਬੰਦੇ ਦੀ ਗੱਲ ਸੁਣੀ ਜਾਂਦੀ ਸੀ, ਇੱਕ ਇੱਕ ਬੰਦੇ ਦੀ ਗੱਲ ਚੱਲਦੀ ਸੀ। ਹੁਣ ਤਾਂ ਕਿਸੇ ਦੇ ਪੱਲੇ ਹੀ ਕੁਛ ਨਹੀਂ। ਹੁਣ ਤਾਂ ਰਾਜਨਾਥ ਹੋਣੀ ਤਾਂ ਸਭ ਤੋਂ ਕਮਜ਼ੋਰ ਡਿਫੈਂਸ ਮਿਨਿਸਟਰ ਨੇ, ਚਾਈਨਾ ਆ ਵੜਿਆ। ਇਹ ਕਿਸਾਨਾਂ ਦੀ ਕੀ ਗੱਲ ਕਰਨਗੇ? ਇਸ ਕਰਕੇ ਬਿਲਕੁਲ ਕੋਈ ਭੁਲੇਖਾ ਨਹੀਂ। ਜਿਹੜਾ ਹਮਲਾ ਹੋਇਆ, ਮੈਂ ਇਹ ਗੱਲ ਤੁਸੀਂ ਜਿਹੜੀ ਮੇਰੇ ਤੋਂ ਪੁੱਛ ਰਹੇ ਹੋ ਅਸ਼ਵਨੀ ਜੀ ਤੇ ਯੂਥ ਕਾਂਗਰਸ ਤੇ ਕਹਿੰਦੇ ਆ ਕਿ ਯੂਥ ਕਾਂਗਰਸ ਨੇ ਹੋਰ ਪੰਜਾਬ ਸਰਕਾਰ ਦਾ ਰੋਲ ਹੈ ਕਿਤੇ ਨਾ ਕਿਤੇ ਜਿਹੜਾ ਹਮਲਾ ਅਸ਼ਵਨੀ ਸ਼ਰਮਾ ਤੇ ਹੋਇਆ ਹੈ। ਚਲੋ ਉਹ ਤਾਂ ਸਭ ਕੁਝ ਆਇਡੈਂਟੀਫਾਈ, ਜਿਹੜਾ ਵੀ ਟੋਲ ਹੁੰਦਾ ਉੱਥੇ ਕੈਮਰੇ ਲੱਗੇ ਹੁੰਦੇ ਆ, ਇਹਨਾਂ ਦੇ ਨਾਲ ਆਪਣੀਆਂ ਸਿਕਿਉਰਿਟੀਆਂ ਸੀ, ਉਹ ਸਭ ਕੁਝ। ਉਹ ਤਾਂ ਮਤਲਬ ਹੁਣ ਬੇਸ਼ਰਮ ਹੋਏ ਕੀ ਕਹਿਣ? ਹੁਣ ਯੂਥ ਕਾਂਗਰਸ ਹੀ ਕਹਿਣਗੇ ਨਾ। ਹੁਣ ਇਹ ਕੀ ਕਹਿਣ ਵੀ ਸਾਨੂੰ ਆਪਣੇ ਲੋਕ ਪੈ ਗਏ? ਪਰ ਮੈਂ ਤੁਹਾਡੇ ਚੈਨਲ ਰਾਹੀਂ, ਜਗ ਬਾਣੀ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਅਸ਼ਵਨੀ ਜੀ ਤੇ ਹਮਲਾ ਹੋਇਆ, ਚਾਹੇ ਅੱਗੇ ਲੀਡਰਾਂ ਤੇ ਹਮਲਾ ਹੋਇਆ, ਉਹ ਮੈਂ ਜ਼ਿੰਮੇਵਾਰੀ ਲੈਣਾ। ਤੇ ਜਿੰਨੇ ਵੀ ਕੇਸ ਪਰਚੇ ਕਰਨੇ ਉਹ ਮੇਰੇ ਤੇ ਕਰਾਉਣ। ਉਹ ਹਮਲੇ ਦੀ ਜ਼ਿੰਮੇਵਾਰੀ ਵੀ ਮੈਂ ਲੈਣਾ, ਬੰਦੇ ਵੀ ਮੇਰੇ ਸੀ। ਪਰ ਕਿਸਾਨ ਨੂੰ ਕਿਸੇ ਤੇ, ਸਾਡੀ ਪੁਲਿਸ ਆ ਚਾਹੇ ਪੰਜਾਬ ਪੁਲਿਸ, ਚਾਹੇ ਇਹਨਾਂ ਦੀ ਖਬਰਦਾਰ ਜੇ ਉਹਨਾਂ ਤੇ ਕਿਸੇ ਨੂੰ ਪਰਚਾ ਬੇਸ਼ੱਕ ਦਰਜ ਕਰ ਲਿਆ ਤੁਸੀਂ ਉਹਨਾਂ ਨੇ, ਕਿਉਂਕਿ ਥਾਣੇ 'ਚ ਜਾ ਕੇ ਇਹ ਦੁਸ਼ਮਣੀ ਕੱਢਣੀ ਸੀ। ਤੁਸੀਂ ਸੀਨੀਅਰ ਲੀਡਰ ਹੋ, ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਸਟੇਟਮੈਂਟ ਦੇਣਾ? ਕਿਉਂਕਿ ਯੂਥ ਕਾਂਗਰਸ ਦੇ ਪ੍ਰਧਾਨ ਤਾਂ ਕਹਿ ਰਹੇ ਸੀ ਕਿ BJP ਨੇ ਹੋ ਸਕਦਾ ਆਪ ਕਰਵਾਇਆ ਹੋ, ਤੁਸੀਂ ਆਪਣੀ ਜ਼ਿੰਮੇ ਲੈ ਰਹੇ ਹੋ ਕਿ ਮੇਰੇ ਤੇ ਪਰਚਾ ਦਰਜ। ਮੈਂ ਤਾਂ ਕਹਿਣਾ ਵੀ ਕਿਸਾਨਾਂ ਨੂੰ, ਯੂਥ ਕਾਂਗਰਸ ਦੇ ਪ੍ਰਧਾਨ ਨੇ ਤਾਂ ਆਪਣੀ ਜ਼ਿੰਮੇਵਾਰੀ 100% ਉਹਨਾਂ ਨੇ ਉਦੋਂ ਹੀ ਆ ਕੇ ਲਈ ਵੀ ਮੇਰੇ ਬੰਦੇ ਨਹੀਂ ਗਏ ਇਹ, ਅਸੀਂ ਗੁੰਡੇ ਆ, ਯੂਥ ਕਾਂਗਰਸ ਇਹ ਕੰਮ ਕਰਦੀ ਆ। ਤੇ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਉਹ ਕਿਸਾਨ ਨੇ ਤਾਂ ਜ਼ਿੰਮੇਵਾਰੀ ਲੈ ਰਹੇ ਆ। ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਜ਼ਿੰਮੇਵਾਰੀ ਤਾਂ ਲੈ ਰਿਹਾ ਵੀ ਹਾਂ ਜਿਹੜੇ ਉਹ 25 ਬੰਦਿਆਂ ਤੇ ਜਾਂ ਹੋਰ ਕਿਸਾਨਾਂ ਤੇ ਪਰਚੇ ਪਾਉਂਗੇ, ਉਹ ਉਹਨਾਂ ਨੂੰ ਨਾ ਤੰਗ ਕਰੋ। ਉਹ ਗਰੀਬ, ਮੈਂ ਤੁਹਾਨੂੰ ਕਿਹਾ, ਉਹ ਮਜ਼ਦੂਰ, ਉਹ ਜਿਹੜੇ ਆੜਤੀ ਆ, ਉਹ ਵਿਚਾਰੇ ਪਤਾ ਨਹੀਂ ਕਿਸ ਤਰੀਕੇ ਨਾਲ ਆਪਣੇ ਘਰ ਬਾਹਰ ਛੱਡੀ, ਉਹ ਭੁੱਖੇ ਪਾਣੇ ਉਹ ਟੋਲਾਂ ਤੇ ਬੈਠਿਆ 2-2 ਮਹੀਨੇ ਹੋ ਗਏ। ਉਹਨਾਂ ਤੇ ਰੱਬ ਦੇ ਵਾਸਤੇ ਪਰਚੇ ਨਾ ਪਾਓ। ਜਿਹੜੇ ਵੀ ਉਹਨਾਂ ਦੇ ਪਰਚੇ ਪਾਉਣੇ ਆ ਮੇਰੇ ਤੇ ਪਾ ਦਿਓ, ਮੈਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਾਂ, ਮੈਂ ਜੇਲ੍ਹ ਕੱਟਣ ਨੂੰ ਤਿਆਰ ਹਾਂ। ਮੈਂ ਉਹ ਕਹਿ ਰਿਹਾ। ਪਰ ਵਾਇਲੈਂਸ ਜਿਹੜੀ ਆ ਉਹ ਬਿਲਕੁਲ ਪਰਮਾਤਮਾ ਕਰੇ ਨਾ ਕੀਤੀ ਜਾਵੇ। ਪਰ ਜਦੋਂ ਤੁਸੀਂ ਚੜਾਓਗੇ ਨਾ, ਜਦੋਂ ਤੁਸੀਂ ਰੋਜ਼ ਉਹ ਭੁੱਖੇ ਪਾਣੇ ਬੈਠੇ ਹੋ, ਸਵੇਰੇ ਤੁਸੀਂ ਪਠਾਨਕੋਟ ਤੋਂ ਗੱਡੀਆਂ ਜਲੰਧਰ ਵੱਲ ਨੂੰ ਕੱਢਦੇ ਹੋ ਕਿਉਂਕਿ ਸਾਰੇ ਮੀਡੀਆ ਹਾਊਸਿਸ ਉੱਥੇ ਆ, ਉੱਥੇ ਆ ਕੇ ਪ੍ਰੈਸ ਕਾਨਫਰੰਸਾਂ ਕਿਸਾਨਾਂ ਦੇ ਉਲਟ ਕਰਦੇ ਹੋ, ਉੱਧਰੋਂ ਜਹਾਜ਼ਾਂ ਤੋਂ ਅੰਮ੍ਰਿਤਸਰ ਉਤਰਦੇ ਹੋ, ਤੇ ਜਿਹੜੇ ਟੋਲਾਂ ਤੇ ਤੁਸੀਂ ਸਵੇਰੇ ਨਿਕਲਦੇ ਹੂਟਰ ਮਾਰ ਕੇ ਜਾਂਦੇ ਹੋ, ਜਦੋਂ ਰਾਤ ਨੂੰ ਫੇਰ ਦੇਖਦੇ ਆ ਵੀ ਆਹ ਹੂਟਰ ਵਾਲੀਆਂ ਗੱਡੀਆਂ ਫੇਰ ਉਹਨਾਂ ਦੇ ਨੂਣ ਛਿੜਕਦੇ ਹੋ ਮੱਲਮਾਂ ਤੇ, ਉਹਨਾਂ ਦੀ ਛਾਤੀ ਤੋਂ ਲੰਘ ਕੇ ਜਾਂਦੇ ਹੋ। ਸਵੇਰੇ ਗੱਡੀਆਂ ਤੁਹਾਡੀਆਂ ਜਿਪਸੀਆਂ ਹੂਟਰ ਮਾਰ ਕੇ ਜਾਂਦੀਆਂ, BJP ਵਾਲੀਆਂ ਝੰਡੀਆਂ ਲਾ ਕੇ ਉਹਨਾਂ ਨੂੰ ਚੜਾਉਂਦੇ ਵੀ ਆਹ ਕਰ ਲਿਆ ਕਾਨੂੰਨ ਪਾਸ, ਰੋਕ ਲਓ, ਸਾਨੂੰ ਰੋਕ ਸਕਦੇ ਹੋ, ਬੈਠੇ ਰਹੋ ਭੁੱਖੇ। ਤੇ ਫਿਰ ਉਹ ਮਰਦੇ ਕੀ ਨਾ ਕਰਨ ਜਦੋਂ ਰਾਤ ਨੂੰ ਗੱਡੀਆਂ ਹੂਟਰ ਮਾਰਦੀਆਂ ਨਿੰਗੀਆਂ ਕਿਸੇ ਨੌਜਵਾਨ। ਇਹ ਭਗਤ ਸਿੰਘ ਦੀ ਧਰਤੀ ਆ, ਜਿੱਥੇ ਗਾਂਧੀ ਜੀ ਦਾ ਦੇਸ਼ ਆ, ਤੇ ਭਗਤ ਸਿੰਘ ਦੀ ਵੀ ਧਰਤੀ ਆ, ਖੂਨ ਵੀ ਖੁੱਲਦਾ ਏ। ਪਰ ਇੱਕ ਗੱਲ ਮੇਰੀ ਮੰਨ ਲੈਣ, ਮੈਂ ਇਹ ਨਹੀਂ ਕਹਿੰਦਾ ਵੀ ਕੋਈ ਰੱਬ ਦੇ ਵਾਸਤੇ ਕੋਈ ਵਾਇਲੈਂਸ ਕਰੇ, ਪਰ ਜੇ ਮੈਂ ਤਾਂ ਕਹਿ ਰਿਹਾ ਵੀ ਜਦੋਂ ਕਿਸੇ ਨੇ ਕਰਤੀ, ਉਹ ਗਲਤ ਕੀਤਾ, 100% ਕੀਤਾ, ਪਰ ਉਹਨਾਂ ਤੇ ਕੇਸ ਦੀ ਬਜਾਏ ਜ਼ਿੰਮੇਵਾਰੀ ਮੈਂ ਲੈਣਾ। ਮੈਂ ਇਹ ਗੱਲ ਕਹਿ ਰਿਹਾ ਵੀ ਮੇਰੇ ਤੇ ਉਹ ਪਰਚੇ ਦਰਜ ਕਰੋ। ਪਰ ਜੇ ਇਹ ਅਸਲ ਦੇ ਆ, ਜੇ ਇਹ ਪੰਜਾਬ ਦੇ ਹੱਕ ਦੇ ਆ, ਕਾਹਨੂੰ ਹਮਲਾ ਕਰਨਗੇ? ਹੋਰ ਵੀ ਸਾਰੇ ਫਿਰਦੇ ਆ। ਜੇ ਇਹ ਪੰਜਾਬੀ ਨੇ, ਜਾ ਕੇ ਦਿੱਲੀ ਕਿਉਂ ਨਹੀਂ ਵੱਜਦੇ? ਇੱਥੇ ਗਵਰਨਰ ਦੇ ਕੀ ਕਰਦੇ ਫਿਰਦੇ ਆ? ਅੱਜ ਵੀ ਸ਼ਾਮ 5 ਵਜੇ ਉਹ ਜਾ ਰਹੇ, ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੈ, BJP ਵਾਲਿਆਂ ਨੂੰ ਸਿਕਿਉਰਿਟੀ ਚਾਹੀਦੀ ਹੈ, ਵਿਰੋਧ ਗੁੰਡਾਗਰਦੀ ਕਾਂਗਰਸ ਕਰ ਰਹੀ ਹੈ। ਕਾਂਗਰਸ ਨਹੀਂ, ਤੁਹਾਡਾ ਮਤਲਬ ਇਹ ਆ, ਤੁਸੀਂ ਮਨਸੂਬਾ ਕਰਨਾ ਚਾਹੁੰਦੇ ਹੋ ਵੀ ਉਰੇ ਗਵਰਨਰੀ ਰਾਜ ਲਾ ਕੇ ਅਸੀਂ ਰਾਜ ਕਰ ਲਈਏ ਇੱਥੇ? ਇਹੀ ਤੁਹਾਡਾ ਮਕਸਦ ਹੈ ਨਾ, ਵੀ ਲੋਕਤੰਤਰ ਨੂੰ ਖਤਮ ਕਰਕੇ ਇਹੋ ਜਿਹਾ ਇੱਕ ਰਚੀਏ ਕੰਮ ਜਿਹਦੇ ਨਾਲ ਲਾਅ ਐਂਡ ਆਰਡਰ ਉਰੇ ਕਰਕੇ ਤੇ ਗਵਰਨਰੀ ਰੂਲ ਵੱਲ ਤੁਸੀਂ, ਤੁਹਾਡਾ ਮਨਸੂਬਾ ਇਹ ਆ ਵੀ ਉਧਰ ਨੂੰ ਵੱਧ ਰਹੇ ਹੋ ਨਾ ਤੁਸੀਂ। ਜੋ ਜੰਮੂ ਕਸ਼ਮੀਰ 'ਚ ਕੀਤਾ ਹੋਇਆ, ਉੱਥੇ ਧੱਕਾ ਕਰ ਰਹੇ ਹੋ ਲਾ ਕੇ ਫੌਜਾਂ, ਉੱਥੇ ਧੱਕਾ ਕਰ ਰਹੇ ਹੋ ਪੈਰਾਮਿਲਟਰੀ ਫੋਰਸਿਸ, ਉਰੇ ਲਾ ਕੇ ਫੌਜਾਂ ਪੈਰਾਮਿਲਟਰੀ ਫੋਰਸਿਸ। ਇਹੀ ਕਰਨਾ ਇਹ ਅੱਜ ਜੇ ਤੁਸੀਂ ਕਹਿ ਰਹੇ ਹੋ ਨਾ ਗਵਰਨਰ ਦੇ ਗਏ, ਇਹ 100% ਇਹਨਾਂ ਦਾ ਮਨਸੂਬਾ ਹੈ ਗਵਰਨਰੀ ਰਾਜ ਲਾਉਣ ਦਾ ਹੈ। ਪਰ ਅੱਜ ਸਾਡੀ ਕੈਬਨਿਟ ਮੀਟਿੰਗ ਹੋ ਰਹੀ ਆ, ਕੈਬਨਿਟ ਮੀਟਿੰਗ 'ਚ ਫੈਸਲਾ ਹੋਊਗਾ ਸੋਮਵਾਰ ਤੱਕ, ਜਾਂ ਹੋਰ ਸੈਸ਼ਨ ਆ ਜਿਹੜਾ ਉਹ ਵਿਧਾਨ ਸਭਾ ਦਾ ਰੱਖਿਆ ਜਾਣਾ। ਉੱਥੇ ਸਭ ਪਾਰਟੀਆਂ, ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਇੱਕ ਹੋ ਕੇ ਮਤਾ ਪਾਉਣਗੀਆਂ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ 'ਚ। ਫਿਰ ਦੇਖਾਂਗੇ ਵੀ ਕੌਣ ਪੰਜਾਬ ਵੱਲ ਝਾਕਦਾ, ਤੇ ਫਿਰ ਪੰਜਾਬ ਦੇ ਕਿਵੇਂ ਇਹ ਤਿੰਨੋਂ ਕਾਨੂੰਨ ਜਿਹੜੇ ਅਸੀਂ ਤਾਂ ਉਰੇ ਰੱਦ ਕਰਨੇ ਹੀ ਕਰਨੇ ਆ, ਤੇ ਉਦੋਂ ਬਾਅਦ ਸਾਰੇ ਇਕੱਠੇ ਹੋ ਕੇ ਜਿਹੜਾ ਤੁਹਾਡੇ ਵੱਲ ਦਿੱਲੀ ਵੱਲ ਚੱਲਾਂਗੇ। ਤੇ ਉਦੋਂ ਪਹਿਲਾਂ ਨਹੀਂ ਤੁਸੀਂ ਆਪਣੇ ਲੀਡਰਾਂ ਨੂੰ ਮਨਾ ਲਓ,
ਪੰਜਾਬ ਵਾਲੇ ਨੇ ਤੁਸੀਂ ਹਜੇ ਤਾਂ ਪਿੰਡਾਂ 'ਚ ਹੋਣ ਲੱਗਿਆ ਨਾ, ਸ਼ਹਿਰਾਂ 'ਚ ਵੀ ਵੜਨ ਨਹੀਂ ਦੇਣਾ। ਇਹ ਭੁਲੇਖਾ ਕੱਢ ਦਿਓ ਵੀ ਸ਼ਹਿਰਾਂ 'ਚ ਅਸੀਂ ਆ ਕੇ ਲੁਕ ਜਾਾਂਗੇ। ਉਸ ਤੇ ਬਿੱਟੂ ਸਾਹਿਬ ਮਾਹੌਲ ਕਿਤੇ ਨਾ ਕਿਤੇ ਖਰਾਬ ਨਹੀਂ ਹੋਏਗਾ? ਜੋ ਆਵੋ ਹੋਇਆ ਪੰਜਾਬ ਦੀ ਉਹ ਤਾਂ ਖਰਾਬ ਹੋਏਗੀ ਨਾ। ਤੁਸੀਂ ਵੀ ਪੰਜਾਬ 'ਚ ਹੀ ਰਹਿ ਰਹੇ ਮੈਂ ਹੋ। 100% ਮੰਨ ਗਿਆ ਤੁਹਾਡੀ ਗੱਲ। ਜਦੋਂ ਆ ਗਵਰਨਰੀ ਰੂਲ ਲਵਾਉਣਗੇ ਤੇ ਆਬੋ ਹਵਾ ਖਰਾਬ ਕਿਉਂ ਨਹੀਂ ਹੋਊ ਜੀ? ਜਦੋਂ ਵੀ ਗਵਰਨਰੀ ਰੂਲ ਲੱਗੇ ਨੇ ਉਹ ਆਪਣੇ ਆਪ ਹੀ ਢਾਂਚਾ ਹਿੱਲ ਜਾਂਦਾ ਲੋਕਾਂ ਦੇ ਉਲਟ। ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ ਤੇ ਦੇਖੋ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ ਅਸੀਂ ਤਾਂ ਉਹ ਲੋਕ ਆ ਜਿਨ੍ਹਾਂ ਨੇ ਵਾਇਲੈਂਸ ਨੂੰ ਠੀਕ ਕਰਕੇ ਲੈ ਕੇ ਆਂਦਾ, ਪਰ ਤੁਸੀਂ ਪੰਜਾਬ ਨੂੰ ਦੁਬਾਰਾ ਉਸ ਰਾਹ ਤੇ ਲਿਆਉਣਾ ਚਾਹੁੰਦੇ ਹੋ। ਹੁਣ ਤੁਸੀਂ ਬੀਜੇਪੀ ਦੀ ਤੁਸੀਂ ਬੀਜੇਪੀ, ਹੁਣ ਤੁਸੀਂ ਮੈਨੂੰ ਦੱਸੋ, ਜਿਹੜੇ ਟੋਲ ਨੇ, ਜਿਹੜੇ ਵੀ ਪੰਪ ਨੇ, ਉੱਥੇ ਕੌਣ ਬੈਠਾ ਜੀ? ਕਿਸੇ ਪਾਰਟੀ ਨੂੰ ਉਹਨਾਂ ਨੇ ਕਿਹਾ ਵੀ ਸਾਡੇ 'ਚ ਆਓ? ਸਾਰੇ ਪਰ ਸਾਡੇ ਲੀਡਰ ਜਿਹੜੇ ਥੱਲੜੇ ਲੀਡਰ ਨੇ, ਪਿੰਡਾਂ ਦੇ ਨੇ, ਛੋਟੇ ਕਸਬਿਆਂ ਦੇ ਆ, ਉਹ ਆਖਰ ਪਹਿਲਾਂ ਕਿਸਾਨ ਨੇ, ਸਾਡੀਆਂ ਪਾਰਟੀਆਂ ਨਾਲ ਬਾਅਦ ਜੁੜੇ ਨੇ। ਪਹਿਲਾਂ ਉਹ ਕਿਸਾਨ ਨੇ, ਇਸ ਕਰਕੇ ਉਹਨਾਂ ਨੇ ਸਭ ਨੇ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਬਹਿਣਾ। ਤੇ ਅਸੀਂ ਵੀ ਜਿੱਦਣ ਦਿੱਲੀ ਜਾਵਾਂਗੇ, ਅਸੀਂ ਕਿਸਾਨ ਝੰਡਾ ਦਾ, ਮੈਂ ਜਿੱਦਣ ਚਲਾ ਗਿਆ ਦਿੱਲੀ, ਮੈਂ ਵੀ ਕਿਸਾਨ ਯੂਨੀਅਨ ਦਾ, ਕਿਸਾਨਾਂ ਦਾ ਝੰਡਾ ਫੜ ਕੇ ਬੈਠੂ ਮੋਦੀ ਦੇ ਹਿੱਕ ਤੇ। ਜਿੱਦਣ ਵੀ ਮਨ ਬਣਾ ਲਿਆ। ਤੇ ਤੁਸੀਂ ਵੀ ਇਹ ਗੱਲਾਂ ਛੱਡ ਦਿਓ। ਇਹੋ ਜਿਹੇ ਅਟੈਕ ਤੁਹਾਡੇ ਤੇ ਜਦੋਂ ਹੂਟਰ ਮਾਰ ਕੇ ਉਹਨਾਂ ਦੇ ਰੋਜ਼ ਮੂਹਰੋਂ ਨਿੰਗੋਗੇ, ਉਹਨਾਂ ਨੂੰ ਚੜਾ ਕੇ ਨਿੰਗੋਗੇ, ਫਿਰ ਮਰਦਾ ਬੰਦਾ ਅੱਕ ਚੱਬਦਾ ਹੀ ਚੱਬਦਾ ਏ। ਇਸ ਕਰਕੇ ਮੈਂ ਬਹੁਤ ਇੱਕ MP ਹੋਣ ਨਾਤੇ ਬਹੁਤ ਸਬਰ ਨਾਲ ਇਹ ਗੱਲ ਕਰ ਰਿਹਾ ਵੀ ਬਿਲਕੁਲ ਵਾਇਲੈਂਸ ਹੋਣੀ ਨਹੀਂ ਚਾਹੀਦੀ। ਪਰ ਜੇ ਤੁਸੀਂ ਇਹੋ ਜਿਹਾ ਕ੍ਰੀਏਟ ਕਰਵਾਉਂਦੇ ਹੋ ਕੰਮ, ਤਾਂ ਫਿਰ ਉਹ ਜ਼ਿੰਮੇਵਾਰੀ ਲੈਣ ਨੂੰ ਮੈਂ ਤਿਆਰ ਹਾਂ ਵੀ ਉਹ ਕਿਸੇ ਗਰੀਬ ਤੇ ਉਹਦੀ ਸਾਰੀ ਉਮਰ ਪਰਚੇ ਭੁਗਤਦੇ ਲੱਗ ਜੂਗੀ, ਉਹ ਜੇਲ੍ਹ 'ਚ ਬੈਠਾ ਲੱਗ ਜੂ, ਉਹਦੇ ਬੱਚੇ ਨੂੰ ਕੋਈ ਨੌਕਰੀ ਨਹੀਂ ਮਿਲੂ, ਕਿੱਥੇ ਜਾਊ, ਬਾਹਰ ਨਹੀਂ ਜਾ ਸਕੂ। ਤੁਸੀਂ ਹਾਂ, ਜੇ ਅਸ਼ਵਨੀ ਜੀ ਤੇ ਅਟੈਕ ਹੋ ਗਿਆ, ਉੱਥੇ ਹੀ ਬਹਿ ਜਾਂਦੇ, ਥਾਣੇ ਵਜਾਉਣ ਦੀ ਬਜਾਏ ਉੱਥੇ ਬਹਿੰਦੇ ਕਿਸਾਨਾਂ 'ਚ ਵੀ ਭਾਈ ਅੱਜ ਤੁਸੀਂ ਮੇਰੇ ਤੇ, ਮੈਂ ਸਮਝਦਾ ਤੁਹਾਡੇ 'ਚ ਗੁੱਸਾ ਏ, ਤੁਹਾਡੇ 'ਚ ਕਰੋਸ਼ ਆ, ਪਰ ਮੈਂ ਤੁਹਾਡੇ 'ਚ ਬੈਠਾ, ਜੇ ਦੱਸੋ ਤੁਹਾਡੇ ਨਾਲ ਉੱਚੀ ਆਵਾਜ਼ 'ਚ ਮੈਂ ਦਿੱਲੀ ਦੇ ਖਿਲਾਫ, ਦਿੱਲੀ ਦੇ ਸਰਕਾਰ 'ਚ ਨਾਅਰਾ ਲਾਉਣਾ। 1 ਮਿੰਟ 'ਚ। ਇਹ ਤਾਂ ਭਾਵੁਕ ਲੋਕ ਨੇ ਪੰਜਾਬੀ, ਤਾਂ ਬੜੇ ਦਿਲ ਵਾਲੇ ਲੋਕ ਨੇ। ਇਹ ਅਸ਼ਵਨੀ ਜਿੰਦਾਬਾਦ ਦੇ ਨਾਅਰੇ ਲਾ ਦਿੰਦੇ, ਬੀਜੇਪੀ ਦੇ ਨਾਅਰੇ ਪੰਜਾਬ ਦੇ ਲਾ ਦਿੰਦੇ ਵੀ ਭਾਈ ਆ ਗਏ ਸਾਡੇ ਨਾਲ ਖੜੇ ਹੋ ਗਏ। ਪਰ ਤੁਸੀਂ ਕੀ ਕੀਤਾ? ਜਦੀ ਕਿਸਾਨਾਂ ਨੂੰ ਮਿੱਧ ਕੇ ਸ਼ੂਟਰ ਮਾਰਦੇ ਗੱਡੀਆਂ ਜਾ ਕੇ ਥਾਣੇ 'ਚ ਵਾੜਤੀਆਂ, ਉਹਨਾਂ ਦੇ ਨਾਲ ਪਰਚੇ ਦਰਜ ਕਰਾਤੇ। ਹੁਣ ਕੱਢ ਲਿਓ 25 ਜਾਣੇ ਕਿਹੜੇ ਨੇ। ਸੈਸ਼ਨ ਬੁਲਾ ਕੇ ਕਿਆ ਇਹਨੂੰ ਮਤਾ ਪਾ ਕੇ ਰੱਦ ਕੀਤਾ? 100%। ਉਹ ਤਾਂ ਸਿਰਫ ਇੰਨੀ ਤਿਆਰੀ ਕੈਪਟਨ ਸਾਹਿਬ, ਦੇਖੋ ਬਹੁਤ ਦੂਰ ਅੰਦੇਸ਼, ਬਹੁਤ ਬੜੇ ਲੀਡਰ ਨੇ, ਉਹਨਾਂ ਨੂੰ ਪਤਾ ਵੀ ਜੇ ਕਿਹੜੀ ਇੱਕ ਲਾਈਨ ਵੀ ਨਾ, ਕਈ ਵਾਰ ਇੱਕ ਸ਼ਬਦ ਵੀ, ਉਹ ਜਦੋਂ ਕੋਰਟ 'ਚ ਕੇਸ ਜਾਂਦਾ ਨਾ, ਉਹ ਕਿਧਰੇ ਪਾਸੇ ਹੋਰ ਨੂੰ ਘੁਮਾ ਦਿੰਦਾ। ਉਹ ਸਾਰੀ ਤਿਆਰੀ ਕਰਨੀ ਹੁੰਦੀ ਆ, ਪ੍ਰੋਪਰ ਤਿਆਰੀ ਕਰਕੇ ਸਾਰਾ ਖੱਡਰਾ ਤਿਆਰ ਹੋ ਗਿਆ, ਸਾਰਾ ਕੁਝ ਤਿਆਰ ਹੋ ਗਿਆ। ਤੇ ਅੱਜ ਕੈਬਨਿਟ ਮੀਟਿੰਗਾਂ ਲੰਬੀ ਚੱਲ ਰਹੀ ਆ, ਤੇ ਤੁਹਾਡੇ ਮੂਹਰੇ ਆ ਜਾਊਗਾ ਦਿਨ ਕਿਹੜੇ ਰੱਖੀ ਜਾਊਗੀ, ਤੇ ਉਹਦੇ ਵਿੱਚ ਕੀ ਕਿਸ ਤਰੀਕੇ ਨਾਲ ਜਿਹੜਾ ਇਹ ਬਿੱਲ ਆ, ਜਿਹੜੇ ਤਿੰਨੋਂ ਬਿੱਲ ਨੇ, ਇਹਨਾਂ ਨੂੰ ਉਰੇ ਜਿਹੜਾ ਪੰਜਾਬ ਦੇ ਵਿੱਚ ਬਿਲਕੁਲ ਖਤਮ ਕਰ ਦਾਂਗੇ। ਤੇ ਉਦੋਂ ਬਾਅਦ ਦਿੱਲੀ ਨੂੰ ਜਿਹੜਾ ਕੂਚ ਕਰਾਂਗੇ। ਇੱਕ ਗੱਲ ਮੇਰੀ ਅਖੀਰਲੀ, ਦੇਖੋ ਇੱਕ ਗੱਲ ਜਿਹੜੀ ਵਾਇਲੈਂਸ ਵਾਲੀ ਮੈਂ ਕਹਿ ਰਿਹਾ, ਬਾਰ-ਬਾਰ ਮੈਂ ਤੁਹਾਡੇ ਚੈਨਲ ਤੋਂ ਕਹੂੰਗਾ ਬਈ, ਵਾਇਲੈਂਸ ਪੋਲੀਟੀਕਲ ਪਾਰਟੀਆਂ ਦੇ ਆਪਣੇ ਹੱਥ ਹੁੰਦੀ ਆ, ਅਮਨ ਚੈਨ ਆਪਣੇ ਹੱਥ ਹੁੰਦਾ। ਜੇ ਇਹ ਚੀਜ਼ਾਂ ਰੋਕਣੀਆਂ, ਜਿਵੇਂ ਹੁਣ ਉਹਨਾਂ ਨੇ ਫੇਰ ਕਹਿਤਾ, ਉਹਨਾਂ ਨੇ ਸਾਨੂੰ ਵੀ ਕਿਹਾ ਵੀ 15 ਤੋਂ ਬਾਅਦ ਅਸੀਂ ਕਾਂਗਰਸ ਦੇ ਲੀਡਰਾਂ ਦਾ ਵੀ ਘਰਾਓ ਕਰਾਂਗੇ। ਜੇ ਅਸੀਂ ਉਹਨਾਂ ਦੇ ਹੱਕ 'ਚ ਕੈਬਨਿਟ 'ਚ ਅੱਜ ਨਹੀਂ ਗੱਲ ਕਰਾਂਗੇ, ਨਹੀਂ ਲੈ ਕੇ ਆਵਾਂਗੇ ਵਿਧਾਨ ਸਭਾ 'ਚ ਬਿੱਲ, ਤੇ ਸਾਡੇ ਵੀ ਘਰਾਓ ਹੋਣਗੇ। ਕਿਉਂ ਨਹੀਂ ਕਰਨਗੇ? ਪਰ ਅਸੀਂ ਠੋਕ ਵਜਾ ਕੇ ਹੱਕ 'ਚ ਬੋਲੇ ਆ ਲੋਕ ਸਭਾ ਦੇ ਵਿੱਚ, ਤੇ ਤੁਸੀਂ ਬੋਲ ਪੋ, ਕਿਸਾਨ ਤੁਹਾਡੇ ਗਲਾਂ 'ਚ ਹਾਰ ਪਾ ਦੇਣਗੇ। ਇਹ 'ਚ ਕੀ ਗੱਲ ਆ? ਪਰ ਐ ਨਾ ਕਰੋ ਉਹਨਾਂ ਦੇ ਖਿਲਾਫ। ਆ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਤੁਸੀਂ ਇਹਦਾ ਮਤਲਬ ਹੁਣ ਕਿਸਾਨਾਂ ਨੂੰ ਪੈਰਾਮਿਲਟਰੀ ਫੋਰਸਿਸ ਲਿਆ ਕੇ, ਫੌਜਾਂ ਲਿਆ ਕੇ, ਤੁਸੀਂ ਉਹ ਕਿਸਾਨਾਂ ਨੂੰ ਸੜਕਾਂ ਤੋਂ ਉਠਾਉਣਾ ਚਾਹੁੰਦੇ ਹੋ? ਤੁਹਾਡਾ ਇਹੀ ਮਤਲਬ ਆ ਨਾ, ਜਿਹੜਾ ਅੱਜ ਗਵਰਨਰ ਨੂੰ ਮਿਲਣ ਗਏ ਹੋ, ਤੁਸੀਂ ਉਹਨਾਂ ਨੂੰ ਕਟਵਾਉਣਾ ਚਾਹੁੰਦੇ ਹੋ ਡੰਡਿਆਂ ਨਾਲ, ਵੀ ਸਾਡੇ ਇੱਕ ਪੱਥਰ ਸਾਡੇ ਗੱਡੀ ਤੇ ਸ਼ੀਸ਼ਾ ਵੱਜ ਗਿਆ ਤੇ ਹੁਣ ਅਸੀਂ ਬਦਲਾ ਲਵਾਂਗੇ। ਨਾ, ਇਹ ਗੱਲ ਨਾ ਸੋਚੋ। ਇਹ ਪੰਜਾਬੀ ਆ, ਪੰਜਾਬੀ ਨੇ, ਇਹ ਜਾਲੀ ਜਿਹੜੇ ਪੰਜਾਬੀ ਨੇ ਪੁਰੀ ਵਰਗੇ, ਇਹਨਾਂ ਨੂੰ ਉਰੇ ਬੁਲਾ ਕੇ ਇਹ ਕੰਮ ਨਾ ਕਰਵਾਓ। ਤੁਸੀਂ ਇੱਕ ਧਿਰ ਬਣ ਕੇ ਇਹਨਾਂ ਦੇ ਨਾਲ, ਜੇ ਅਸ਼ਵਨੀ ਜੀ ਅੱਜ ਚਲੇ ਜਾਂਦੇ ਤਾਂ ਸਵਾਦ ਹੀ ਹੋਰ ਹੁੰਦਾ, ਗੱਲ ਹੀ ਹੋਰ ਹੁੰਦੀ, ਸ਼ੀਸ਼ੇ ਫੁੱਟੇ ਵੀ ਸਭ ਭੁੱਲ ਜਾਂਦੇ, ਤੇ ਤੁਹਾਨੂੰ ਵੀ ਸਾਰੇ ਪੰਜਾਬ ਵਾਲੇ ਬੀਜੇਪੀ ਵਾਲਿਆਂ ਨੂੰ ਮਾਫ ਕਰ ਦਿੰਦੇ। ਤਾਂ ਰਵਨੀਤ ਸਿੰਘ ਬਿੱਟੂ ਵੱਡੀ ਸਟੇਟਮੈਂਟ ਦੇ ਰਹੇ ਨੇ ਕਿ ਜੋ ਹਮਲਾ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਲੈਂਦਾ, ਕਿਉਂਕਿ ਕਿਸਾਨ ਜਥੇਬੰਦੀਆਂ ਤੇ ਉਹ ਤਾਂ ਆਪਣਾ ਹੱਕ ਮੰਗਣ ਲਈ ਧਰਨੇ ਤੇ ਬੈਠੇ ਹੋਏ ਨੇ, ਔਰ ਇਹੋ ਜਿਹੇ ਵਿੱਚ ਉਹਨਾਂ ਨੂੰ ਫਸਾ ਕੇ ਕਿਤੇ ਨਾ ਕਿਤੇ ਫਿਊਚਰ ਉਹਨਾਂ ਦਾ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਹੈ। ਔਰ ਇਹੋ ਜਿਹੇ ਵਿੱਚ ਚਾਹੀਦਾ ਇਹ ਹੈ ਕਿ ਗਵਰਨਰ ਰਾਜ ਹੋਰ ਸਟੇਟਸ ਵਾਂਗ ਉਰੇ ਹਾਲਾਤ ਨਾ ਬਣਾਏ, ਕ੍ਰੀਏਟ ਕਰੇ ਜਾਣ, ਔਰ ਜਿਹੜੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਿਤੇ ਨਾ ਕਿਤੇ ਬੀਜੇਪੀ ਕਰ ਰਹੀ ਹੈ, ਗਵਰਨਰ ਰਾਜ ਸੂਬੇ ਵਿੱਚ ਲਵਾਉਣਾ ਚਾਹੁੰਦੀ ਹੈ। ਔਰ ਚਾਹੀਦਾ ਇਹ ਸੀਗਾ ਕਿ ਬੀਜੇਪੀ ਵਾਲੇ ਨਾਲ ਜਾਂਦੇ, ਜਿਹਦੇ ਅੰਦਰ ਬੀਜੇਪੀ ਦੀ ਸੈਂਟਰ ਦੀ ਜਾਂ ਪੰਜਾਬ ਦੀ ਲੀਡਰਸ਼ਿਪ ਹੈ, ਉਹ ਦਿੱਲੀ ਜਾ ਕੇ ਗੱਲਬਾਤ ਕਰਵਾਉਂਦੀ, ਜੋ ਕਿ ਨਹੀਂ ਹੋਇਆ। ਤਾਂ ਹੀ ਜੋ ਬੈਠਕ ਹੈ ਉਹ ਬੇਸਿੱਟਾ ਨਿਕਲੀ ਹੈ। ਔਰ ਜ਼ਿੰਮੇਵਾਰੀ ਕਿਤੇ ਨਾ ਕਿਤੇ ਰਵਨੀਤ ਸਿੰਘ ਬਿੱਟੂ ਆਪਣੇ ਤੇ ਲੈ ਰਹੇ ਨੇ ਕਿ ਜੋ ਪਰਚਾ ਹੈ, ਜੋ FIR ਹੈ, ਉਹ ਮੇਰੇ ਤੇ ਦਰਜ ਕੀਤੀ ਜਾਵੇ। ਕੈਮਰਾ ਪਰਸਨ ਸੂਰਜ ਦੇ ਨਾਲ ਅਮਨ ਭਾਰਦਵਾਜ, ਜਗਬਾਣੀ, ਚੰਡੀਗੜ੍ਹ।
ਹੈ।